ਵੀ ਕਲਾਸਾਂ ਨੂੰ ਲੱਗ ਜਾਂਦੀਆਂ। ਆਪਾਂ ਕਿਹੜਾ ਇੱਧਰਲੀ PhD ਕਰਾ ਰਹੇ ਤੁਹਾਨੂੰ। +2 ਤੋਂ ਬਾਅਦ ਇੰਜੀਨੀਅਰਿੰਗ ਦਾ ਕੋਰਸ ਕਰਦਾ, ਡਿਪਲੋਮਾ, ਫਿਰ ਡਿਗਰੀ 12, 3 15, ਫਿਰ 3 18 ਤੇ 19 ਕੁ ਸਾਲ ਲੱਗਦੇ। ਜਦ 20 ਸਾਲ ਲਾ ਲਓ PhD ਤੱਕ। ਪੜ੍ਹਨ ਵੀ ਲੱਗਿਆ ਸੀ ਕਦੋਂ, ਜਦ 5 ਕੁ ਸਾਲ ਦਾ ਸੀ। 20 ਤੇ 5 25 26 27 ਸਾਲ ਦੀ ਉਮਰ ਤੱਕ ਇੱਕ ਡਿਗਰੀ PhD ਹੁੰਦੀ। ਤੇ ਇੱਧਰ ਤਾਂ ਅਸੀਂ ਕਿੰਨਾ ਕੁ ਟਾਈਮ ਲਵਾਇਆ, 5 ਸਾਲ ਹੀ ਕਹੇ ਸੀ। 5 ਸਾਲ ਤਾਂ 5 ਕਲਾਸਾਂ ਹੀ ਹੋਈਆਂ। ਇੱਧਰਲੀਆਂ ਕਲਾਸਾਂ ਵੀ ਨੇ, ਕਹਿੰਦੇ 5 ਸਾਲਾਂ ਬਾਅਦ ਉਹਨੂੰ ਉਹ ਚੀਜ਼ ਮਿਲ ਗਈ। ਕਰ ਤੇ ਤੂੰ ਕਰਕੇ ਦੇਖ ਲੈ। ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਗੁਰੂ ਜੀ ਦੇ ਵੱਲ ਅੰਮ੍ਰਿਤ ਦ੍ਰਿਸ਼ਟੀ ਨਾਲ ਤੱਕਣ ਦਾ ਉਹ ਸ਼ਾਂਤ ਸਰੂਪ ਹੋ ਜਾਂਦਾ, ਸੰਤ ਰੂਪ ਹੋ ਜਾਂਦਾ। ਬਾਬਾ ਜੀ ਕਹਿੰਦੇ ਉਹ ਬੰਦਾ ਬਹੁਤ ਮਿਹਨਤੀ ਦੇਖਿਆ। ਕਹਿੰਦੇ ਉਹ ਛੱਪੜ ਵਿੱਚ ਜਾ ਕੇ ਰਾਤ ਨੂੰ 12 ਵਜੇ ਖੜ੍ਹ ਜੇ। ਪਿੰਡ ਦੇ ਛੱਪੜ ਗਲ ਗਲ ਪਾਣੀ 'ਚ ਖੜ੍ਹ ਕੇ ਸੁਖਮਨੀ ਸਾਹਿਬ ਪਹਿਲਾਂ ਕੰਠ ਕਰ ਲਿਆ। ਕਹਿੰਦੇ ਉਹ ਦਿਨ ਚੜ੍ਹਨ ਤੋਂ ਪਹਿਲਾਂ 5 ਪਾਠ, ਫਿਰ ਉੱਥੇ ਪਾਣੀ 'ਚ ਖੜ੍ਹ ਕੇ ਕਰਦਾ ਰਿਹਾ। 4 ਸਾਲ ਲੱਗੇ ਉਹਨੂੰ। 4 ਸਾਲਾਂ ਬਾਅਦ ਉਹਦੇ ਹਿਰਦੇ 'ਚ ਵੀ ਪ੍ਰਕਾਸ਼ ਹੋ ਗਿਆ। ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤਹਿ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ। ਗਿਆਨ ਸ੍ਰੇਸ਼ਟ ਉਤਮ ਇਸਨਾਨ। 4 ਪਦਾਰਥ ਕਮਲ ਪ੍ਰਗਾਸ। ਸਭ ਕੈ ਮਧ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ। ਸਮ ਦ੍ਰਿਸ਼ਟੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਨੇ। ਗੁਰੂ ਨਾਨਕ ਨਾਮ ਬਚਨ ਮਨ ਸੁਨੇ। ਇਹੋ ਨਿਧਾਨ ਜਪੈ ਮਨ ਕੋਏ। ਸਭ ਜੁਗ ਮੈਂ ਤਾ ਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ। ਮਹਾਰਾਜ ਨੇ ਇਹਦੇ 'ਚ ਸਾਰਾ ਹੀ ਕੁਛ ਬਖਸ਼ਿਸ਼ ਕੀਤਾ ਹੈ। ਮਹਾਰਾਜ ਕਹਿੰਦੇ ਅਖੀਰ ਨੂੰ ਉਹ ਜੀਵ ਤਾਰੀ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਆਪ ਵੀ ਮੁਕਤ ਹੁੰਦਾ, ਦੂਜੇ ਨੂੰ ਵੀ ਕਰ ਲੈਂਦਾ। ਸੋ ਇਸ ਕਰਕੇ ਜਿਹੜੀ ਗੁਰਬਾਣੀ ਹੈ, ਇਸ ਪਾਸੇ ਆਪਾਂ ਕਦੇ ਚੱਲੇ ਨਹੀਂ। ਜੇ ਚੱਲ ਪਈਏ ਤਾਂ ਗੁਰਬਾਣੀ ਇਹ ਹੈ ਵੀ ਤੁਸੀਂ ਥੋੜ੍ਹੇ ਜਿਹੇ ਦਿਨ ਪਾਠ ਕਰਕੇ ਫਿਰ ਨਾ ਦੇਖਿਆ ਕਰੋ ਖੱਬਾ ਸੱਜਾ ਵੀ ਆਇਆ ਨਹੀਂ ਕੁਛ। ਇਹ ਮਹੀਨੇ 2 ਮਹੀਨੇ ਦੀ ਖੇਡ ਨਹੀਂ ਹੈ। ਫਿਰ ਲੱਗੇ ਰਹੋ ਲੱਗੇ ਰਹੋ ਲੱਗੇ ਰਹੋ ਲੱਗੇ ਰਹੋ। ਇੰਨਾ ਟਾਈਮ ਕਿਉਂ ਲੱਗਦਾ? ਪਿਛਲੇ ਸਾਰੇ ਗੁਨਾਹਾਂ ਨੂੰ ਮੇਟਣ ਤੋਂ ਬਾਅਦ ਕਿਰਪਾ ਹੁੰਦੀ। ਕਈ ਜਨਮਾਂ ਦੀਆਂ ਮੈਲਾਂ ਉਤਰਨੀਆਂ ਨੇ, ਕੋਈ ਥੋੜ੍ਹੀ ਜਿਹੀ ਗੱਲ ਨਹੀਂ। ਕਰਜ਼ਾ ਬੜਾ ਪਿਛਲਾ। ਪਾਠ ਕਰਦਿਆਂ 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 ਸਭ ਖਾਤੇ ਕਲੀਅਰ ਹੋ ਜਾਂਦੇ ਨੇ। ਤੁਸੀਂ ਕਹੋ ਛੇਤੀ ਕਰਾ ਦਿਓ ਸਿਲੇਬਸ, ਮੈਂ ਤਾਂ ਜਲਦੀ ਕਰਾ ਦਿੰਦਾ। ਆਕਸਫੋਰਡ ਯੂਨੀਵਰਸਿਟੀ 1.5 ਸਾਲ 'ਚ MBBS ਕਰਾਉਂਦੀ ਆ। ਕਰਨੀ ਆ ਵੈਸੇ 5.5 ਸਾਲ ਲੱਗਦੇ। ਮੈਂ ਵੀ ਕਰਾ ਸਕਦਾ, ਪਰ ਤੁਸੀਂ ਕਰਨੀ ਨਹੀਂ। 25 ਸੁਖਮਨੀ ਸਾਹਿਬ ਕਰ ਲਓ 1 ਸਾਲ ਹੀ। ਫਿਰ 1 ਸਾਲ 'ਚ ਹੀ ਕਿਰਪਾ ਹੋ ਜਾਊਗੀ। ਪਰ ਇੰਨਾ ਤੁਸੀਂ ਮਿਹਨਤ ਨਹੀਂ ਕਰਨੀ ਹੈ। ਇਹ ਨਾ ਕਿਹੋ ਜਿਹੇ ਹੁੰਦੇ ਨਹੀਂ, ਇਹ ਵੀ ਹੋ ਜਾਂਦੇ ਆ। ਘੱਟ ਕਰ ਲਓ ਉਨੇ ਹੀ ਟਾਈਮ। ਫਿਰ ਹੌਲੀ ਹੌਲੀ ਉਨੀ ਬਾਣੀ ਪੜ੍ਹੀ ਜਾਓ। ਜਦੋਂ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ, ਜਦੋਂ 24 ਘੰਟੇ ਬਾਣੀ ਨਾਲ ਹੀ ਜੁੜੇ ਰਹੇ ਤਾਂ ਕਿਰਪਾ ਕਿਉਂ ਨਹੀਂ ਹੋਵੇਗੀ। ਬਾਣੀ ਵਿੱਚ ਪਾਵਰ ਹੀ ਇੰਨੀ ਆ, ਤਾਕਤ ਹੀ ਇੰਨੀ ਹੈ ਕਿ ਅੰਦਰਲੇ ਆਤਮਾ ਨੂੰ ਗੁਰਬਾਣੀ ਪ੍ਰਕਾਸ਼ ਕਰ ਦਿੰਦੀ। ਗੁਰਪੂਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮਹਿ ਦੀਨੋ। ਜਨਮ ਜਨਮ ਕੀ ਮੈਲ ਗਈ। ਨਿਵਰੇ ਦੂਤ ਦੁਸ਼ਟ ਬੈਰਾਈ। ਗੁਰਪੂਰੇ ਕਾ ਜਪਿਆ ਜਾਪ। ਕਹਾਂ ਕਰੈ ਕੋਈ ਬੇਚਾਰਾ। ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ। ਚਰਨ ਕਮਲ ਰਖ ਮਨ ਮਾਹੀ। ਤਾਂ ਕਿ ਸਰਨ ਪਰਿਓ ਨਾਨਕ ਦਾਸ। ਜਾਂ ਤੇ ਉੱਪਰ ਕੋ ਨਾਹੀ। ਇਸ ਕਰਕੇ ਸਾਰੇ ਜਾਣੇ ਕੋਸ਼ਿਸ਼ ਕਰੋ। ਆਹ ਇੱਕ ਚੀਜ਼ ਹੈ ਕਿ ਪ੍ਰੈਕਟੀਕਲੀ ਜ਼ਿੰਦਗੀ ਵਿੱਚੋਂ ਮੈਂ ਇਹ ਤਜਰਬਾ ਦਊਂਗਾ। ਪਹਿਲੇ ਦਿਨ ਹੀ ਨਹੀਂ 5 ਪਾਠ ਸ਼ੁਰੂ ਕਰਨੇ। ਪਹਿਲਾਂ ਸੁਖਮਨੀ ਸਾਹਿਬ ਦਾ 1 ਪਾਠ ਕਰੋ ਬਸ। ਫਿਰ ਹੌਲੀ ਹੌਲੀ ਸਮਾਂ ਪਾ ਕੇ ਪੂਰਾ ਪਾਠ ਚਲੰਤ ਹੋ ਜਾਂਦਾ ਸੋਹਣਾ। ਫਿਰ 2 ਕਰੋ।
ਫਿਰ ਹੌਲੀ ਹੌਲੀ 3 ਕਰੋ। ਫਿਰ ਇਕੱਠੇ ਕਰਨ ਦੀ ਲੋੜ ਨਹੀਂ, ਸਵੇਰੇ ਉੱਠ ਕੇ 1 ਕਰ ਲਿਆ, 2 ਕਰ ਲਏ, ਆਪਣਾ ਕੰਮਕਾਰ ਕਰੋ। ਫਿਰ ਸਮਾਂ ਪਾ ਕੇ 1 ਪਾਠ ਫਿਰ ਕਰ ਲਓ, ਫਿਰ ਆਪਣੇ ਕੰਮਕਾਰ, ਦੁਪਹਿਰੇ ਆਰਾਮ ਕਰੋ, ਰੋਟੀ ਖਾਓ, ਫਿਰ ਸ਼ਾਮ ਜੇ ਨੂੰ ਫਿਰ 1 ਕਰ ਲਓ, ਫਿਰ ਰਾਤ ਨੂੰ 1 ਕਰ ਲਓ। ਸਾਰੀ ਦਿਹਾੜੀ 'ਚ 5 ਕਰ ਲਓ ਬੇਸ਼ੱਕ। ਸਮਾਂ ਪਾ ਕੇ ਹੌਲੀ ਹੌਲੀ ਇਹ ਪਾਠ ਇਉਂ ਗਿਣਤੀ ਵੱਧਦੀ ਹੈ। ਮਹਾਂਪੁਰਸ਼ਾਂ ਨੇ ਤੀਸਰੀ ਕਲਾਸ ਵਿੱਚ 5 ਜਪਜੀ ਸਾਹਿਬ ਸ਼ੁਰੂ ਕੀਤੇ ਸੀ, ਹੌਲੀ ਹੌਲੀ 10, 20, 30। ਜਦੋਂ ਰਸ ਆਉਂਦਾ, ਜਦੋਂ ਗਿਆਨ ਹੋ ਜਾਂਦਾ ਗੁਰਬਾਣੀ ਹੈ ਕੀ, ਬਸ ਉਦੋਂ ਫਿਰ ਉਹ ਬਾਣੀ ਪੜ੍ਹਨੀ ਸਿੱਖ ਸ਼ੁਰੂ ਕਰ ਦਿੰਦਾ। ਫਿਰ ਜਦੋਂ ਸ਼ੁਰੂ ਕਰਦਾ ਫਿਰ ਨਹੀਂ ਹਟਦਾ ਉਹ, ਫਿਰ ਤਾਂ ਸਵਾਸਾਂ ਨਾਲ ਹੀ ਨਿਭਦੀ ਬਾਣੀ, ਫਿਰ ਤਾਂ ਹਿਰਦੇ 'ਚ ਹੀ ਵਸ ਜਾਂਦੀ। ਜਿਵੇਂ ਉਹ ਦੋਧੀ ਦੀ ਗੱਲ ਕਥਾ ਸੁਣਾਈ ਨਾ, ਮਹਾਂਪੁਰਸ਼ਾਂ ਦੇ ਹੁਕਮ ਨਾਲ 101 ਜਪਜੀ ਸਾਹਿਬ ਰੋਜ਼ ਕਰਨ ਲੱਗ ਗਿਆ ਦੋਧੀ। ਦੁੱਧ ਵੀ ਵੇਚਦਾ ਸੀ, ਇਮਾਨਦਾਰ ਅੰਮ੍ਰਿਤਧਾਰੀ ਸਿੰਘ ਸੀ ਉਹ। ਮਹਾਂਪੁਰਸ਼ ਕਹਿੰਦੇ ਹੁਣ ਬਸ ਕਰ, ਬਥੇਰੇ ਸਾਲ ਹੋ ਗਏ, 4 ਸਾਲ ਹੋ ਗਏ ਹੁਣ ਤੈਨੂੰ। 100 ਪਾਠ ਰੋਜ਼ ਕਰਦਾ ਸੀ ਉਹ। ਉਹ ਕਹਿੰਦਾ ਮਹਾਰਾਜ ਹੁਣ ਮੈਂ ਤਾਂ ਬੰਦ ਕਰਤੇ। ਕਹਿੰਦੇ ਫਿਰ? ਕਹਿੰਦੇ ਉਹ ਅੰਦਰੋਂ ਨਹੀਂ ਹੁਣ ਬੰਦ ਹੁੰਦੇ। ਕਹਿੰਦੇ 24 ਘੰਟੇ 'ਚ ਮੇਰਾ 300 ਜਪਜੀ ਸਾਹਿਬ ਆਪੇ ਹੀ ਹੋ ਜਾਂਦਾ ਅੰਦਰ। ਇਹ ਅੰਦਰ ਸ਼ੁਰੂ ਹੋ ਜਾਂਦਾ। ਫਿਰ ਜੇ ਤੁਹਾਡੇ ਅੰਦਰ ਹੁਣ ਕੀ ਸ਼ੁਰੂ ਹੋਇਆ ਪਿਆ, ਤੁਹਾਡੇ ਫੁਰ ਨੇ, ਉਹ ਕਈ ਜਨਮਾਂ ਦੇ ਫੁਰ ਨੇ ਤੁਹਾਡੇ ਅੰਦਰ, ਜਾਪ ਚੱਲਦਾ ਉਹਦਾ। ਇਸੇ ਤਰ੍ਹਾਂ ਗੁਰਬਾਣੀ ਦਾ ਸਿਮਰਨ, ਵਾਹਿਗੁਰੂ ਮੰਤਰ, ਮੂਲ ਮੰਤਰ ਜੋ ਵੀ ਕਰਦੇ ਆ, ਸਿਮਰਨ ਨਿਤਨੇਮ ਆਪੇ ਹੀ ਅੰਦਰ ਸ਼ੁਰੂ ਹੋ ਜਾਂਦਾ ਹੈ। ਅਤੇ ਸਹਿਜੇ ਹੀ 1 ਦੂਜੀ ਬਹੁ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀ ਆਏ, ਇੱਕ ਨਾਮ ਜਗਦੀਸ਼ ਹੋ ਜਾਂਦਾ, ਰੋਮ ਰੋਮ ਵਿੱਚ ਚਲਿਆ ਜਾਂਦਾ। ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਹੁਣ ਜੇ ਜਪਾਂਗੇ 5 ਮਿੰਟ ਵਾਹਿਗੁਰੂ ਮੰਤਰ, ਫਿਰ ਤਾਂ ਕੀ ਰੋਮਾਂ ਚੱਲਣਾ ਨੇ। ਇਹ 'ਤੇ ਵੀ ਕਾਫੀ ਮਿਹਨਤ ਹੁੰਦੀ ਹੈ। ਗਿਣਤੀ ਦੀ ਗੱਲ 'ਚ ਨਹੀਂ ਆਉਣਾ ਤਾਂ ਫਿਰ ਆ ਜਾਓ ਘੰਟਿਆਂ ਵਿੱਚ ਆ ਜਾਓ। ਫਿਰ 4 ਘੰਟੇ 8 ਘੰਟੇ ਸਿਮਰਨ ਜ਼ਰੂਰੀ ਹੈ। ਫਿਰ ਇੰਨੀ ਅਵਸਥਾ ਲਈ 15 ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸਾਰੀ ਰਾਤ ਬੈਠ ਕੇ ਸਿਮਰਨ ਕਰਦੇ ਸੀ। ਇਸ ਕਰਕੇ ਆਪਾਂ ਨੇ ਜਿੰਨਾ ਸਮਾਂ ਪਰਮੇਸ਼ਰ ਵੱਲ ਲਾਉਣਾ, ਵੱਧ ਤੋਂ ਵੱਧ ਸਮਾਂ ਲਾਈਏ ਤਾਂ ਸਤਿਗੁਰੂ ਕਿਰਪਾ ਕਰਦੇ ਨੇ। ਆਓ ਫਿਰ ਮਿਲ ਕੇ ਹੁਣ ਸਾਰੇ ਧਿਆਨ ਕਰੋ ਪਰਮੇਸ਼ਰ ਦਾ। ਧਿਆਨ ਧਰੋ ਤਿਹ ਕੋ ਮਨ ਮੈਂ, ਜੇ ਕੋ ਅਮਿਤੋਜ ਸਭੈ ਜਗ ਛਾਇਓ। ਜਿਹਦਾ ਪ੍ਰਤਾਪ ਹੈ, ਜਿਹਦੀ ਜੋਤ ਕਿੱਥੇ ਹੈ, ਜਮੀ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨਿਸਬਾਸਰ ਏਕ, ਬਿਨਾ ਮਨ ਨੈਕ ਨਾ ਆਨੈ। ਪਰ ਅੱਗੇ ਚੱਲ ਕੇ ਅਖੀਰ 'ਤੇ ਕਹਿੰਦੇ ਪੂਰਨ ਜੋਤ ਜਗੈ ਘਟ ਮਹਿ, ਤਬ ਖਾਲਸ ਤਾਹੇ ਨਖਾਲਸ ਜਾਨੈ। ਕਹਿੰਦੇ ਅੰਦਰਲੀ ਜੋਤ ਨੂੰ ਪ੍ਰਗਟ ਕਰਨਾ ਤੁਹਾਡਾ ਕਰਮ ਹੈ, ਲਕਸ਼ ਹੈ ਜ਼ਿੰਦਗੀ ਦਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹ ਅੰਦਰਲੀ ਜੋਤ ਨੂੰ ਹੀ ਮਿਲਣਾ ਲਕਸ਼ ਨਿਸ਼ਾਨਾ ਹੈ। ਆਪਣੇ ਅੰਦਰ ਵੀ ਜੋਤ ਹੈ, ਬਾਹਰ ਵੀ ਜੋਤ ਹੈ, ਵਿਆਪਕ ਵੀ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਇਓ। ਤਾਰਿਆਂ ਵਿੱਚ ਵੀ, ਚੰਦਰਮਾ ਸੂਰਜ ਵਿੱਚ ਵੀ, ਸਾਰੇ ਕਿਤੇ ਵਿਆਪਕ ਜਾਣ ਕੇ ਕਹੋ, ਪਿਆਰ ਨਾਲ ਉਹਦੇ ਸਿਮਰਨ ਨੂੰ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ।
ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਸ੍ਰੀ ਸੁਖਮਨੀ ਸਾਹਿਬ, ਔਰ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਨਿਤਨੇਮ
ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਗੁਰੂ ਦੀ ਬਾਣੀ ਦਾ ਕੀਰਤਨ, ਆਸਾ ਕੀ ਵਾਰ, ਸੁਖਮਨੀ ਸਾਹਿਬ, ਰਹਿਰਾਸ, ਆਰਤੀ ਅਤੇ ਸਿਮਰਨ ਬੜੇ ਟਿਕਾਓ ਵਿੱਚ ਇਕਾਗਰਤਾ ਨਾਲ ਵਾਹਿਗੁਰੂ ਦਾ ਧਿਆਨ ਧਰ ਕੇ ਸੰਗਤ ਜਾਪ ਕਰਦੀ। ਬੇਸ਼ੱਕ ਬਹੁਤਿਆਂ ਦੀ ਇਹ ਮਨ ਦੇ ਅੰਦਰ ਇੱਛਾ ਹੁੰਦੀ, ਸਾਰਿਆਂ ਦੀ ਇੱਛਾ ਹੁੰਦੀ, ਔਰ ਸਾਰੇ ਦੁਨੀਆ 'ਚ ਸਾਰੇ ਹੀ ਇਹ ਕਹਿੰਦੇ ਹਨ, ਮਨ ਨਹੀਂ ਟਿਕਦਾ। ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਸਿਮਰਨ ਕਰਦੇ ਹਾਂ, ਪਰ ਮਨ ਟਿਕਦਾ ਨਹੀਂ ਹੈ। ਸੋ ਇਹਦੇ ਬਾਰੇ ਬੜੀ ਵਾਰ ਸੰਗਤ ਨੂੰ ਬੇਨਤੀ ਕੀਤੀ ਹੈ, ਤੁਸੀਂ ਇਹ ਤੁਹਾਡੀ ਮਨ ਦੇ ਟਿਕਾਓ ਦੀ ਜਿਹੜੀ ਕਲਾਸ ਹੈ, ਉਹ ਜਾਣੋ ਕਿ BA ਹੈ ਇਹਦੀ। ਮਨ ਦਾ ਟਿਕਣਾ ਕੋਈ ਸੌਖੀ ਖੇਡ ਨਹੀਂ ਹੈ। ਬਹੁਤ ਸਮੇਂ ਬਾਅਦ ਇਹ ਟਿਕਣਾ ਸ਼ੁਰੂ ਹੁੰਦਾ ਹੈ। ਛਿਨ ਛਿਨ ਕਾਲ ਦੇ ਵਿੱਚ ਮਨ ਦੀ ਇਕਾਗਰਤਾ ਹੋਣੀ। ਮਹਾਰਾਜ ਜਿਵੇਂ ਕਿਰਪਾ ਕਰਦੇ ਆ, 3 ਪਹਿਲਾਂ 1 ਮਿੰਟ ਤੋਂ ਸ਼ੁਰੂ ਕਰੋ। ਜੇ 1 ਮਿੰਟ ਤੱਕ ਇਹ ਕਿਤੇ ਨਹੀਂ ਗਿਆ, ਫਿਰ 2 ਮਿੰਟ ਘੜੀ ਦੇਖ ਕੇ ਆਪਣਾ 2 ਮਿੰਟ ਨਹੀਂ ਗਿਆ ਹੈ ਕਿਤੇ, ਫਿਰ 3 ਮਿੰਟ। ਜਦੋਂ 3 ਮਿੰਟ ਤੱਕ ਮਨ ਟਿਕਦਾ ਤਾਂ ਇਹਨੂੰ ਕਹਿੰਦੇ ਧਿਆਨ। ਇਹ ਬੜੀ ਅਮੋਲਕ ਦਾਤ ਹੁੰਦੀ ਹੈ। ਪਹਿਲਾਂ ਵੈਸੇ ਹੀ ਮਨ ਨੂੰ 1 ਮਿੰਟ ਲਈ ਟਿਕਾ ਕੇ ਬੈਠੋ। ਧਿਆਨ 3 ਮਿੰਟ ਵਿੱਚ ਹੁੰਦਾ। 6 ਮਿੰਟ ਮਨ ਟਿਕ ਜਾਏ ਤਾਂ ਧਾਰਨਾ ਕਹਿੰਦੇ ਨੇ। ਜੇ 12 ਮਿੰਟ ਮਨ ਟਿਕ ਜਾਏ ਤਾਂ ਸਮਾਧੀ ਕਹਿੰਦੇ ਨੇ। ਧਿਆਨ, ਧਾਰਨਾ ਤੇ ਸਮਾਧੀ। ਅੱਗੇ ਜਿੰਨਾ ਚਿਰ ਟਿਕ ਜਾਏ, ਟਿਕਿਆ ਹੀ ਰਹੇ। 15 ਮਿੰਟ, 20 ਮਿੰਟ, ਘੰਟਾ। ਇਹ ਟਿਕਣਾ ਹੀ ਸਾਡੀ ਇੱਕ ਮੰਜ਼ਿਲ ਹੁੰਦੀ ਹੈ। ਮਨ ਦਾ ਟਿਕਾਓ ਬੜਾ ਵੱਡਾ ਕਰਮ ਹੈ। ਹੁਣ ਇਹਦੇ ਵਿੱਚ ਕਈ ਵਾਰ ਆਪਾਂ ਕਥਾ ਦੇ ਵਿੱਚ ਚੀਜ਼ਾਂ ਦੱਸੀਆਂ ਹੋਈਆਂ, ਕਈ ਨਵੇਂ ਆ, ਕਈਆਂ ਨੇ ਸੁਣੀਆਂ ਨਹੀਂ, ਕਿਸੇ ਨੇ ਸੁਣੀਆਂ। ਨਵੀਂ ਕਲਾਸ ਹੋਵੇ, ਮਾਸਟਰ ਉਹੀ ਹੁੰਦਾ, ਪੜ੍ਹਾਈ ਉਹੀ ਹੁੰਦੀ। ਮਾਸਟਰ ਲਈ ਉਹੀ ਗੱਲ ਹੁੰਦੀ, ਪਰ 7ਵੀਂ ਤੋਂ ਜਿਹੜੇ 8ਵੀਂ 'ਚ ਆਏ ਉਹਨਾਂ ਲਈ ਨਵੀਆਂ ਗੱਲਾਂ। 10ਵੀਂ ਤੋਂ 12ਵੀਂ ਵਾਲੇ ਲਈ 12ਵੀਂ ਤੋਂ ਫਿਰ, ਕਿਉਂਕਿ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ। ਜਦੋਂ ਤੱਕ ਆਪਾਂ ਕਹਿੰਦੇ ਮਨ ਨਹੀਂ ਟਿਕਦਾ, ਬਾਣੀ ਪੜ੍ਹੀ ਦਾ ਕੀ ਫਾਇਦਾ। ਪਹਿਲੀ ਗੱਲ ਤਾਂ ਇਹੀ ਗਲਤ ਕਰਦੇ ਹਾਂ ਆਪਾਂ। ਮਨ ਟਿਕੇ ਨਾ ਟਿਕੇ, ਬਾਣੀ ਜ਼ਰੂਰ ਪੜ੍ਹਨੀ, ਕਿਉਂਕਿ ਇਹ ਬਿਨਾਂ ਬਾਣੀ ਪੜ੍ਹਿਆਂ ਟਿਕਣਾ ਨਹੀਂ। ਨਾ ਟਿਕਣਾ ਕੋਈ ਗੱਲ ਨਹੀਂ, ਪਾਠ ਤਾਂ ਕੀਤਾ ਨਾ। ਹੌਲੀ ਹੌਲੀ ਬੰਦਾ ਆਸ ਨਾ ਛੱਡੇ। ਆਪਾਂ ਸਾਰੇ ਜਣੇ ਦੁਨਿਆਵੀ ਕੰਮਾਂ ਦੇ ਵਿੱਚ ਆਸ ਨਹੀਂ ਛੱਡਦੇ। ਕੋਈ ਕੰਮ ਹੋਵੇ
ਜਿੱਥੇ ਆਪਾਂ ਨੇ ਕਾਮਯਾਬੀ ਲੈਣੀ ਹੈ ਉੱਥੇ ਆਪਾਂ ਕੋਈ ਨਾ ਕੋਈ ਜਿਵੇਂ ਆਪਣੀ ਇੱਕ ਗੱਲ ਮਸ਼ਹੂਰ ਹੈ, ਜਿਹੜੇ ਪੰਜਾਬੀ ਨੇ, ਪੰਜਾਬ ਦੇ ਲੋਕ ਕੋਈ ਨਾ ਕੋਈ ਕਹਿੰਦੇ ਜੁਗਾੜ ਕਰ ਹੀ ਲੈਂਦੇ। ਇਹ ਜੁਗਾੜ ਕਰਨ ਵਿੱਚ ਬੜੇ ਫਿੱਟ ਨੇ। ਜੁਗਾੜ ਐਸਾ ਬਣਾਉਂਦੇ ਵੀ ਦੁਨੀਆ ਇਹਨਾਂ ਨੂੰ ਦੇਖਦੀ ਤੇ ਹੈਰਾਨ ਰਹਿ ਜਾਂਦੀ ਵੀ ਬੜਾ ਤਕੜਾ ਜੁਗਾੜ ਕੀਤਾ। ਆਪਣਾ ਕੋਈ ਕੰਮ ਹੋਵੇ ਉਹਦੇ ਲਈ ਆਪਣਾ ਦਿਮਾਗ ਚੱਲਦਾ ਹੈ, ਪਰ ਜਦੋਂ ਗੱਲ ਆਉਂਦੀ ਮਨ ਦੇ ਟਿਕਾਉਣ ਵਿੱਚ, ਬਾਣੀ ਪੜ੍ਹਨ ਵਿੱਚ, ਉਦੋਂ ਦਿਮਾਗ ਆਪਾਂ ਬੰਦ ਕਰ ਲੈਂਦੇ। ਇਸ ਕਰਕੇ ਅਸੀਂ ਕਈ ਵਾਰ ਹੱਸਦੇ ਹੁੰਦੇ ਹਾਂ ਵੀ ਅੰਬੈਸੀ ਦੀ ਕੋਈ ਗੱਲ, ਨਵਾਂ ਕਾਨੂੰਨ ਆਇਆ, ਹੋਰ ਆਇਆ, ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਹੁਣ ਆਹ ਕਾਨੂੰਨ ਬਦਲ ਗਿਆ, ਆਹ ਬਣ ਗਿਆ। ਅਸੀਂ ਹੱਸਦੇ ਵੀ ਰਾਗੀਆਂ ਨੂੰ ਪੁੱਛ ਲਓ, ਰਾਗੀਆਂ ਨੂੰ ਪਹਿਲਾਂ ਪਤਾ ਹੁੰਦਾ ਵੀ ਹੁਣ ਆਹ ਕਾਨੂੰਨ ਉੱਥੇ ਬਦਲ ਗਿਆ, ਆਹ ਹੋ ਗਿਆ, ਉਹਨਾਂ ਕੋਈ ਇਨਫੋਰਮੇਸ਼ਨ ਪਹਿਲਾਂ ਆਈ ਖੜੀ। ਵੈਸੇ ਹਾਸੇ ਦੀਆਂ ਗੱਲਾਂ ਕਰਦੇ ਵੀ ਇਹਨਾਂ ਦਾ ਕੰਮ ਬੜਾ, ਜਿਹੜਾ ਇਹਨਾਂ ਦਾ ਇੰਟਰਨੈਟ ਬੜਾ ਫਾਸਟ, ਵੀ ਹੁਣ ਜੀ ਉੱਥੇ ਆਹ ਕਾਨੂੰਨ ਬਣ ਗਿਆ, ਹੁਣ ਆਹ ਨਵਾਂ ਕਾਨੂੰਨ ਬਣ ਗਿਆ। ਕਿਸੇ ਤੋਂ ਵੀ ਸਲਾਹ ਲੈ ਲਓ, ਮੈਂ ਆਹ ਕਿਵੇਂ ਕਰਾਂ, ਉਹ ਕਹਿੰਦੇ ਤੂੰ ਐਂ ਕਰ ਲੈ, ਤੈਨੂੰ ਮੈਂ ਜੁਗਾੜ ਬਣਾ ਦਿੰਦਾ। ਕਿਸੇ ਵੀ ਕੰਮ ਵਿੱਚ ਤੁਸੀਂ ਮਾਹਰ ਹੋ, ਹਰੇਕ ਕੰਮ ਵਿੱਚ ਤੁਸੀਂ ਅੱਗੇ ਲੰਘ ਜਾਂਦੇ ਹੋ। ਕਿਸੇ ਵੀ ਕੰਮ ਲਈ ਜੇ ਅਸੀਂ ਕਹਿੰਦੇ ਵੀ ਆਹ ਨਹੀਂ ਹੋ ਸਕਦਾ, ਤੁਸੀਂ ਕਹਿੰਦੇ ਮੈਂ ਆਹ ਰਸਤਾ ਕੱਢਿਆ। ਇਸ ਕਰਕੇ ਜਦੋਂ ਆਪਣਾ ਇੰਨਾ ਦਿਮਾਗ ਹੈ, ਹਰੇਕ ਕੰਮ ਵਿੱਚ ਆਪਾਂ ਮਾਹਰ ਹਾਂ, ਅਤੇ ਫਿਰ ਮਨ ਕਿਉਂ ਨਹੀਂ ਟਿਕਦਾ? ਮਨ ਦੇ ਟਿਕਾਓ ਲਈ ਵੀ ਤਾਂ ਕੋਈ ਜੁਗਾੜ ਕਰਨਾ ਚਾਹੀਦਾ। ਜਿਵੇਂ ਕਿਵੇਂ ਵੀ, ਚਾਹੇ ਜਿੰਨੇ ਮਰਜ਼ੀ ਜਵਾਬ ਅੰਬੈਸੀਆਂ 'ਚ ਹੋ ਜਾਣ ਵੀਜ਼ੇ ਲਈ, ਫਿਰ ਵੀ ਉਹ ਅਸੀਂ ਦੇਖ ਕੇ ਹੈਰਾਨ ਹੁੰਦੇ ਵੀ ਤੂੰ ਇੱਥੇ ਕਿਵੇਂ ਫਿਰਦਾ। ਕਹਿੰਦਾ ਬਸ ਬਣਾ ਲਿਆ ਸੀ ਜੁਗਾੜ, ਆ ਗਿਆ ਮੈਂ ਵੀ ਅਮਰੀਕਾ, ਕਨੇਡਾ, ਇੰਗਲੈਂਡ। ਇਹ ਜੁਗਾੜ ਬਣਾ ਕੇ ਆ ਹੀ ਜਾਂਦੇ, ਭਾਵੇਂ ਇਹਨਾਂ ਨੂੰ ਕੁਛ ਵੀ ਕਰਨਾ ਪੈ ਜੇ। ਇੰਨੀ ਸਿਆਣੀ ਕੌਮ ਬਈ, ਇਹ ਦਿਮਾਗ ਇੰਨਾ, ਅਤੇ ਮਨ ਦੀ ਇਕਾਗਰਤਾ ਦਾ ਜੁਗਾੜ ਨਹੀਂ ਬਣਾਇਆ ਅਜੇ ਤੱਕ। ਪਰ ਮੈਨੂੰ ਆਸ ਹੈ ਜੇ ਤੁਸੀਂ ਇਸ ਪਾਸੇ ਲੱਗ ਜਾਓ ਤਾਂ ਕਰ ਲਓਗੇ ਸੈਟਿੰਗ। ਸੋ ਇਸ ਕਰਕੇ ਇਹ ਜਿਹੜੇ ਛੋਟੇ ਛੋਟੇ ਕਰਮ ਤੁਸੀਂ ਕਰਦੇ ਹੋ, ਇਹਨਾਂ ਦੇ ਵਿੱਚ ਇੰਨਾ ਫਾਇਦਾ ਨਹੀਂ। ਸਤਿਗੁਰੂ ਨੇ ਇੱਕ ਭਜਨ ਕੀਤਾ ਆਪਾਂ ਨੂੰ, ਪ੍ਰਣਵਾਦ ਏਕੰਕਾਰਾ ਜਲ ਥਲ ਮਈਲ ਕੀਓ ਪਸਾਰਾ। ਇਹ 10ਵੇਂ ਪਾਤਸ਼ਾਹ ਨੇ ਅਕਾਲ ਉਸਤਤ ਦੇ 'ਚ ਇੱਕ ਚੌਪੀ ਲਿਖੀ, ਛੋਟੀ 10 ਕੁ ਪੌੜੀਆਂ ਦੀ ਹੈ। ਉਹਦੇ ਵਿੱਚ ਇੱਕ ਬਚਨ ਲਿਖਿਆ ਅਖੀਰ 'ਤੇ ਜਾ ਕੇ ਕਿ ਏਕ ਚਿੱਤ ਜਿਹੇ ਏਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਹੁਣ ਇੱਕ ਚਿੱਤ, ਇੱਕ ਮਨ ਹੋਣਾ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ, ਨਾ ਪਛੋਤਾਏ। ਹੁਣ ਆਪਾਂ ਸਾਰੇ ਜਾਣੇ ਇਸ ਗੱਲ ਨੂੰ ਧਿਆਨ ਵਿੱਚ ਲਿਆਓ। ਮਨ ਨੂੰ ਟਿਕਾਉਣਾ ਜੇ ਸੱਚਮੁੱਚ ਸੀਰੀਅਸ ਗੱਲ ਕਰਨੀ, ਇੱਕ ਤਾਂ ਹੁੰਦੀ ਚਾਹੇ ਕੋਈ ਮਿਲ ਜੇ, ਜੇ ਤੁਹਾਨੂੰ ਕੋਈ ਬੰਦਾ ਮਿਲ ਜੇ ਫੈਕਟਰੀ ਵਾਲਾ, ਵੀ ਉੱਥੇ ਕਿੰਨੀ ਤਨਖਾਹ, ਕਿੰਨਾ ਕੰਮ ਹੈ। ਸਟਾਲੇ ਵਾਲਾ ਮਿਲ ਜੇ, ਉਹੀ ਜਿਹੀ ਗੱਲ। ਹੋਟਲ ਵਾਲਾ ਮਿਲ ਜੇ, ਉਹੀ ਜਿਹੀ ਗੱਲ। ਮਠਿਆਈ ਵਾਲੇ ਨਾਲ ਉਹੀ ਜਿਹੀ ਗੱਲ। ਪਰ ਜੇ ਮੈਂ ਆਉਂਦਾ ਦਿਖ ਜਾ, ਮੇਰੇ ਨਾਲ ਕੀ ਕਰਨਗੇ? ਇਹ ਗਿਆਨ ਜੀ ਬਾਣੀ ਤਾਂ ਬੜੀ ਪੜ੍ਹਦੇ, ਮਨ ਨਹੀਂ ਟਿਕਦਾ, ਕਹਿ ਕੇ ਗਾਹਾਂ ਲੰਘ ਜਾਂਦੇ। ਜੇ ਮੈਂ ਕੋਈ ਕਹਿਣਾ ਵੀ ਗੱਲ ਇੱਦਾਂ ਮਨ ਟਿਕਾਉਣਾ, ਉਹ ਇੱਕ ਦਿਖਾਵੇ ਦੀ ਗੱਲ ਕਹਿਣੀ, ਇੱਕ ਸੱਚਮੁੱਚ ਜੇ ਆਪਾਂ ਨੇ ਮਨ ਟਿਕਾਉਣਾ, ਵੈਸੇ ਉਹਦੇ ਨਾਲ ਫਾਇਦਾ ਬੜਾ, ਮਨ ਦੇ ਟਿਕਾਉਣ ਵਿੱਚ ਬੜਾ ਹੀ ਲਾਭ ਹੈ। ਕਿਉਂਕਿ ਟਿਕੇ ਹੋਏ ਮਨ ਦਾ ਫੁਰਨਾ ਪੂਰਾ ਹੋ ਜਾਂਦਾ, ਹਿੱਲੇ ਹੋਏ ਮਨ ਦਾ ਫੁਰਨਾ ਨਹੀਂ ਪੂਰਾ ਹੁੰਦਾ।
ਹਿੱਲੇ ਹੋਏ ਮਨ ਵਿੱਚ ਤੁਸੀਂ ਕਈ ਗੱਲਾਂ ਸੋਚਦੇ ਹੋ, ਪਰ ਤੁਹਾਡੀਆਂ ਪੂਰੀਆਂ ਨਹੀਂ ਹੁੰਦੀਆਂ। ਟਿਕੇ ਹੋਏ ਮਨ ਵਿੱਚ ਜੋ ਫੁਰਨਾ ਕਰ ਲਓਗੇ ਉਹੀ ਪੂਰਾ ਹੋ ਜਾਣਾ। ਇਸ ਕਰਕੇ ਪਹਿਲਾਂ ਮਨ ਨੂੰ ਹੀ ਟਿਕਾਓ। ਸੋ ਆਪਾਂ ਨੂੰ ਜੋ ਹੁਕਮ ਹੋਇਆ ਮਨ ਨੂੰ ਟਿਕਾਉਣ ਦਾ, ਉਹਦੇ ਲਈ ਅਸੀਂ ਵੀ ਬੜੇ ਯਤਨ ਕੀਤੇ। ਮਹਾਂਪੁਰਖਾਂ ਕਈਆਂ ਕੋਲ ਗਏ ਹਾਂ, ਉਹਨਾਂ ਵਿੱਚੋਂ ਸਾਨੂੰ ਸਭ ਤੋਂ ਵਧੀਆ ਤਰੀਕੇ ਇਸ ਮਹਾਂਪੁਰਖਾਂ ਨੇ ਹੀ ਦੱਸੇ। ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਦੱਸੇ। ਪਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਜਦੋਂ ਮੈਂ ਪੁੱਛਿਆ, ਰਾਮਪੁਰ ਖੇੜਾ ਸਮਾਗਮ ਚੱਲ ਰਿਹਾ ਬਾਬਾ ਹਰਨਾਮ ਸਿੰਘ ਦੇ ਸਥਾਨ 'ਤੇ, ਕਿਉਂਕਿ ਇੱਕ ਮਹਾਤਮਾ ਕੋਲੋਂ ਜਦੋਂ ਦੂਸਰੇ ਕੋਲ ਜਾਈਦਾ, ਪਹਿਲੇ ਨੂੰ ਜ਼ਰੂਰ ਪੁੱਛੀਦਾ ਵੀ ਮੈਂ ਉਹਨਾਂ ਕੋਲ ਜਾਣਾ। ਅਸੀਂ ਉਹਨਾਂ ਨੂੰ ਦੁਪਹਿਰੇ ਸੇਵਾ ਵਿੱਚ ਹਾਜ਼ਰ ਸੀਗੇ, ਚਰਨ ਚਾਪੀ ਕਰਦੇ ਹਾਂ, ਬੇਨਤੀ ਕੀਤੀ, ਮਹਾਰਾਜ ਇਹ ਜਿਹੜੇ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਹੈ, ਇਹ ਮੈਂ ਇਹਨਾਂ ਕੋਲ ਬਹਿ ਕੇ ਕੁਝ ਬਚਨ ਕਰਨੇ, ਸੇਵਾ ਵੀ ਜੇ ਤੁਹਾਡੀ ਆਗਿਆ ਹੋਵੇ ਤਾਂ ਜਾਵਾਂ। ਦੇਖੋ ਮਹਾਂਪੁਰਖਾਂ ਨੇ ਕਿੰਨਾ ਸਤਿਕਾਰ ਕੀਤਾ ਉਹਨਾਂ ਦਾ। ਉਹ ਲੰਮੇ ਪਏ ਸੀ, ਉੱਠ ਕੇ ਬੈਠੇ ਹੋ ਗਏ। ਮੈਨੂੰ ਕਹਿੰਦੇ ਹਾਂ ਭਾਈ ਇਹਨਾਂ ਕੋਲ ਜ਼ਰੂਰ ਜਾਓ, ਸੰਗਤ ਕਰੋ, ਇਹਨਾਂ ਤੋਂ ਬਚਨ ਪੁੱਛੋ। ਮੈਂ ਕਿਹਾ ਮਹਾਰਾਜ ਵੀ ਇਹਨਾਂ ਦੀ ਅਵਸਥਾ ਕਿੱਥੇ ਕੁ ਤੱਕ ਹੈ। ਉੱਦਾਂ ਤਾਂ ਚਲੋ ਆਪਾਂ ਨੂੰ ਜੇ ਨਾਲ ਰਹੇ ਹੋਈਏ ਬ੍ਰਹਮ ਗਿਆਨੀਆਂ ਦੇ ਪਤਾ ਲੱਗ ਜਾਂਦਾ ਵੀ ਇੱਥੇ ਕੁ ਤੱਕ ਗੱਲ ਗਈ ਹੋਈ ਹੈ। ਫਿਰ ਵੀ ਵੱਡਿਆਂ ਤੋਂ ਪੁੱਛ ਲੈਣਾ ਚੰਗਾ। ਉਹਨਾਂ ਦੇ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੇ ਬਚਨ ਸੀ ਇਹ, ਕਹਿੰਦੇ ਭਾਈ ਇਹਨਾਂ ਦਾ ਰਸ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜਿੰਨਾ ਹੀ ਆ। ਕਹਿੰਦੇ ਜ਼ਰੂਰ ਕਰ ਲਓ ਸੰਗਤ। ਇਜਾਜ਼ਤ ਲੈ ਕੇ ਅਸੀਂ ਉਹਨਾਂ ਕੋਲ ਗਏ, ਉਹਨਾਂ ਦੇ ਸੇਵਾ ਵਿੱਚ ਹਾਜ਼ਰ ਹੋਏ। ਹੌਲੀ ਹੌਲੀ ਉਹਨਾਂ